ਵੈਲਕਮ ਖੁਸ਼ਾਮਦੀਦ ਜੀ ਆਇਆਂ ਨੂੰ ਆਪਣੇ ਪ੍ਰੋਗਰਾਮ ਬੀਤੀਆਂ ਰੁੱਤਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ ਇੱਕ ਵਾਰੀ ਫਿਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹਾਂ ਨਵਾਂ ਟੌਪਿਕ ਨਵੀਂ ਕਹਾਣੀ ਲੈ ਕੇ। ਅੱਜ ਦੀ ਕਹਾਣੀ ਜਿਹੜੀ ਉਹ ਹੈਗੀ ਇੱਕ ਠੱਗ ਦੇ ਉੱਤੇ ਪਈ। ਇੱਕ ਠੱਗ ਜਿਹੜਾ ਸ਼ਾਤਰ ਠੱਗ ਜਿਹੜਾ ਉਹ ਆਪਣੀ ਜ਼ਹਾਨਤ ਜਿਹੜੀ ਕਿਸ ਤਰ੍ਹਾਂ ਇਸਤੇਮਾਲ ਕਰਦਾ ਹੈ ਤੇ ਉਹ ਕਿੰਨਾ ਕੁ ਚਲਾਕ ਹੁੰਦਾ ਹੈ। ਜਿਹੜਾ ਵੀ ਠੱਗ ਹੋਏਗਾ ਨਾ ਉਹ ਇਸੇ ਤਰ੍ਹਾਂ ਹੀ ਚਲਾਕ ਹੋਏਗਾ ਜਿਸ ਤਰ੍ਹਾਂ ਅੱਜ ਅਸੀਂ ਕਹਾਣੀ ਦੇ ਵਿੱਚ ਸੁਣਾਂਗੇ। ਤੇ ਅੱਜ ਦੀ ਕਹਾਣੀ ਹੈਗੀ ਇੱਕ ਠੱਗ ਦੇ ਉੱਤੇ। ਤੇ ਕਿਸੇ ਗਾਉਂ ਦੇ ਵਿੱਚ ਇੱਕ ਬੁੱਢਾ ਬਾਬਾ ਰਹਿੰਦਾ ਸੀ। ਉਹਦਾ ਇੱਕੋ ਇੱਕ ਬੇਟਾ ਸੀ ਤੇ ਮਿਹਨਤ ਮਜ਼ਦੂਰੀ ਕਰਕੇ ਤੇ ਉਹਨੇ ਪਾਲਿਆ ਤੇ ਜਵਾਨ ਕੀਤਾ। ਜਦ ਜਵਾਨ ਕੀਤਾ ਤੇ ਉਹਨੇ ਆਪਣੇ ਬੇਟੇ ਨੂੰ ਇੱਕ ਨਸੀਹਤ ਕੀਤੀ ਕਿ ਪੁੱਤਰ ਤੂੰ ਦੁਨੀਆ ਦੇ ਵਿੱਚ ਜਿਹੜਾ ਤੇਰਾ ਦਿਲ ਕਰਦਾ ਨਾ ਤੂੰ ਉਹ ਕੰਮ ਕਰ। ਭਈ ਜਿੱਧਰ ਤੇਰਾ ਸ਼ੌਂਕ ਹੈ ਤੂੰ ਉਹ ਕੰਮ ਕਰ, ਨਾ ਕਿ ਜਿਹੜਾ ਮੈਂ ਕਮਾਂ ਉਹ ਕੰਮ ਕਰੇ। ਜਿਹੜਾ ਤੇਰਾ ਦਿਲ ਕਰਦਾ ਨਾ ਤੂੰ ਉਹ ਕੰਮ ਕਰ ਤਾਂ ਕਿ ਤੂੰ ਸ਼ੌਂਕ ਦੇ ਨਾਲ ਕਰੇ ਤੇ ਕੰਮ ਵੀ ਉਹ ਕਰਨਾ ਚਾਹੀਦਾ ਕਿ ਜਿਹੜਾ ਬੰਦੇ ਦੇ ਦਿਲ ਨੂੰ ਚੰਗਾ ਲੱਗੇ। ਤੇ ਉਹਨੇ ਠੀਕ ਹੈ ਅੱਬਾ ਜੀ, ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਫਿਰ ਮੈਂ ਇਸ ਪਿੰਡ ਚੋਂ ਬਾਹਰ ਜਾ ਕੇ ਤੇ ਕੋਈ ਆਪਣਾ ਕਾਰੋਬਾਰ ਕਰਾਂ ਤੇ ਤਾਂ ਕਿ ਮੈਂ ਉੱਥੋਂ ਕਮਾਈ ਕਰਕੇ ਤੇ ਲਿਆਵਾਂ। ਉਹਨੇ ਠੀਕ ਹੈ ਬੇਟਾ, ਜਿਸ ਤਰ੍ਹਾਂ ਤੈਨੂੰ ਚੰਗਾ ਲੱਗਦਾ ਤੂੰ ਉਸ ਤਰ੍ਹਾਂ ਕਰ ਲੈ। ਤੇ ਹੁੰਦਾ ਕੀ ਹੈ ਭਈ ਆਪ ਦੀ ਤਿਆਰੀ ਕਰਕੇ ਟੁਰ ਪੈਂਦਾ। ਤਿਆਰੀ ਉਹਨੇ ਕੀ ਕਰਨੀ ਹੈ ਵੀ ਨਾ ਤਾਂ ਉਹਦੇ ਕੋਲ ਕੁਛ ਹੁੰਦਾ, ਬਸ ਜਿੱਧਰ ਨੂੰ ਮੂੰਹ ਸਿਰ ਆਉਂਦਾ ਚੁੱਪ ਕਰਕੇ ਟੁਰ ਪੈਂਦਾ। ਤੇ ਜਾ ਰਿਹਾ ਹੁੰਦਾ ਤੇ ਜੰਗਲ 'ਚ ਇੱਕ 'ਚ ਵੜ ਜਾਂਦਾ। ਜੰਗਲ 'ਚ ਜਾਂਦਾ ਤੇ ਹੁਣ ਦਿਹਾੜੀ ਗੁਜ਼ਰ ਜਾਂਦੀ ਹੈ। ਕੁਦਰਤੀ ਕੋਈ ਭੁੱਖ ਲੱਗੀ ਹੁੰਦੀ, ਪਿਆਸ ਲੱਗੀ ਹੁੰਦੀ ਤੇ ਵਹਿੰਦਾ ਇੱਧਰ ਉੱਧਰ ਵੀ ਕੀ ਕਰਾਂ। ਜੰਗਲ ਵੀ ਘਣਾ ਹੁੰਦਾ ਹੈ ਤੇ ਜਿਸ ਟਾਈਮ ਆਵਾਜ਼ਾਂ ਵਗੈਰਾ ਸੁਣਦਾ ਜੰਗਲੀ ਜਾਨਵਰਾਂ ਦੀਆਂ ਤੇ ਪਰੇਸ਼ਾਨ ਵੀ ਹੁੰਦਾ ਹੈ ਤੇ ਸੋਚਦਾ ਵੀ ਹੁਣ ਖਾਵਾਂ ਕੀ। ਖਾਣ ਵਾਸਤੇ ਤਾਂ ਵੇਖ ਲੈਂਦਾ ਇੱਧਰ ਉੱਧਰ ਕੋਈ ਫਲ ਲੱਭ ਕੇ ਨਾ ਤੇ ਖਾ ਲੈਂਦਾ ਹੈ। ਹੌਲੀ ਹੌਲੀ ਰਾਤ ਹੋਈ ਜਾਂਦੀ ਹੈ ਤੇ ਦੇਖਦਾ ਕਿ ਹੁਣ ਕੀ ਕਰਾਂ। ਸੋਚੀ ਪਿਆ ਹੁੰਦਾ ਹੈ ਤੇ ਉਹਨੂੰ ਅਚਾਨਕ ਹੀ ਨਾ ਇੱਕ ਜਿਹੜਾ ਹੈ ਘਰ ਨਜ਼ਰ ਆਉਂਦਾ ਹੈ। ਝੌਂਪੜੀ ਜੀ ਨਜ਼ਰ ਆਉਂਦੀ ਉਹਨੂੰ। ਉਹ ਝੌਂਪੜੀ ਦੇ ਕੋਲ ਜਾਂਦਾ ਹੈ ਤੇ ਵੇਖਦਾ ਕਿ ਇੱਕ ਬਜ਼ੁਰਗ ਬੈਠਾ ਹੈ, ਬਾਬਾ ਬੈਠਾ ਹੈ। ਉਹਦੇ ਨਾਲ ਜਾ ਕੇ ਸਲਾਮ ਦਾ ਲੈਂਦਾ ਤੇ ਬਾਬਾ ਬੜੇ ਹੈਰਾਨ ਹੋ ਕੇ ਉਹਨੂੰ ਵੇਖਦਾ ਹੈ ਤੇ ਉਹਦੇ ਸਲਾਮ ਦਾ ਜਵਾਬ ਦਿੰਦਾ ਹੈ। ਆਂਦਾ ਬਾਬਾ ਜੀ ਅਗਰ ਤੁਸੀਂ ਇਤਰਾਜ਼ ਨਾ ਕਰੋ ਤੇ ਮੈਂ ਅੱਜ ਰਾਤ ਇੱਥੇ ਰੁਕ ਜਾਵਾਂ, ਕਿਉਂਕਿ ਬਾਹਰ ਸਰਦੀ ਹੈਗੀ ਹੈ ਤੇ ਮੌਸਮ ਬੜਾ ਠੰਡਾ ਹੈ ਤੇ ਮੈਂ ਚਾਹੁੰਦਾ ਕਿ ਮੈਂ ਅੱਜ ਰਾਤ ਤੁਹਾਡੇ ਕੋਲ ਗੁਜ਼ਾਰਾ ਕਰਾਂ ਤੇ ਸੁਬਹ ਹੁੰਦੇ ਮੈਂ ਚਲਾ ਜਾਵਾਂਗਾ। ਬਾਬਾ ਨੂੰ ਕਹਿੰਦਾ ਕਿ ਨਹੀਂ ਪੁੱਤਰ ਤੂੰ ਇੱਥੇ ਰਾਤ ਨਹੀਂ ਰਹਿ ਸਕਦਾ, ਕਿਉਂਕਿ ਮੈਂ ਤੇ ਆਪ ਮੁਲਾਜ਼ਮ ਹਾਂ ਤੇ ਜਿਨ੍ਹਾਂ ਦੀ ਇਹ ਜਗ੍ਹਾ ਹੈ ਉਹ ਆਏ ਤੇ ਹੋ ਸਕਦਾ ਉਹ ਤੈਨੂੰ ਵੀ ਮਾਰ ਕੁੱਟ ਕੇ ਕੱਢ ਦੇਣ ਜਾਂ ਮੈਨੂੰ ਵੀ ਮਾਰ ਕੁੱਟ ਕੇ ਕੱਢ ਦੇਣ। ਮੈਂ ਤਾਂ ਉਹਨਾਂ ਦਾ ਮੁਲਾਜ਼ਮ ਹਾਂ। ਉਹਨੇ ਬਾਬਾ ਜੀ ਕੌਣ ਲੋਕ ਨੇ, ਕਿਹੜੇ ਏਡੇ ਜ਼ਾਲਮ ਲੋਕ ਨੇ? ਉਹਨੇ ਬੇਟਾ ਉਹ ਚੋਰ ਡਾਕੂਆਂ ਦਾ ਇਹ ਟਿਕਾਣਾ ਹੈ ਤੇ ਉਹ ਗਏ ਚੋਰੀ ਵਗੈਰਾ ਕਰਨ, ਡਾਕਾ ਮਾਰਨ ਤੇ ਇਹ ਉਹਨਾਂ ਦੀ ਜਗ੍ਹਾ ਹੈ ਤੇ ਤੂੰ ਲਿਆਦਾ ਇੱਥੋਂ ਚਲਾ ਜਾ। ਉਹ ਭਈ ਹੁਣ ਠੱਗ ਹੁੰਦਾ ਹੈ, ਸ਼ਾਤਰ ਹੁੰਦਾ ਹੈ, ਡਰ ਨਹੀਂ ਹੁੰਦਾ ਕਿਸੇ ਦਾ। ਉਹਦਾ ਬਾਬਾ ਜੀ ਮੈਂ ਤੇ ਆ ਪਿਆ ਜੇ ਲੰਮੇ, ਜਿਹੜਾ ਵੀ ਆਏਗਾ ਨਾ ਤੇ ਵੇਖੀ ਜਾਏਗੀ ਮੈਂ ਤੇ ਰਾਤ ਇੱਥੇ ਹੀ ਕੱਢਣੀ ਜੇ। ਬੜਾ ਬੇਖੌਫ ਹੋ ਕੇ ਬਾਬੇ ਨੂੰ ਭਾਈ ਕਹਿ ਕੇ ਤੇ ਲੰਮੇ ਪੈ ਜਾਂਦਾ। ਬਾਬਾ ਵੀ ਆਂਦਾ ਕਿ ਠੀਕ ਹੈ ਭਾਈ ਫਿਰ ਤੂੰ ਆਪਦੀ ਜ਼ਿੰਮੇਵਾਰੀ ਤੇ ਇੱਥੇ ਲੰਮੇ ਪੈਣਾ ਹੈ। ਉਹਨੇ ਠੀਕ ਹੈ ਜੀ ਮੈਂ ਵੇਖ ਲਾਂਗਾ ਵੀ ਜਿਹੜਾ ਵੀ ਆਏਗਾ। ਲੰਮੇ ਪੈ ਜਾਂਦਾ। ਉਨੀ ਦੇਰ ਨੂੰ ਉਹ ਵੀ ਆ ਜਾਂਦੇ ਨੇ ਜਿਹੜੇ ਡਾਕੂ ਹੁੰਦੇ ਨੇ। ਉਹ ਆ ਕੇ ਵਹਿੰਦੇ ਨੇ ਵੀ ਜਵਾਨ ਇੱਕ ਲੰਮੇ ਪਿਆ। ਬਾਬੇ ਨੂੰ ਪੁੱਛਦੇ ਨੇ ਵੀ ਇਹ ਕੌਣ ਹੈ? ਉਹਨੇ ਪੁੱਤਰ ਧੱਕੇ ਨਾਲ ਲੰਮੇ ਪੈ ਗਿਆ, ਮੈਂ ਤੈਨੂੰ ਬੜਾ ਮਨਾ ਕੀਤਾ ਸੀ। ਉਹਨੇ ਕੋਈ ਇਹਦੇ ਕੋਲ ਪੈਸਾ ਧੇਲਾ ਵੀ ਹੈਗਾ ਕਿ ਨਹੀਂ? ਉਹਨੇ ਮੈਨੂੰ ਤਾਂ ਸ਼ਕਲੋਂ ਕੰਗਲਾ ਜਿਹਾ ਲੱਗਦਾ ਹੈ, ਪੈਸਾ ਧੇਲਾ ਇਹਦੇ ਕੋਲ ਕਿੱਥੋਂ ਆਉਣਾ ਹੈ? ਸ਼ਹਿਰ 'ਤੇ ਜਾ ਕੇ ਤੇ ਸੋਚਣ ਲੱਗ ਪੈਂਦੇ ਨੇ ਸਾਰੇ, ਸਲਾਹ ਕਰਦੇ ਨੇ ਵੀ ਹੁਣ ਵੀ ਇਹ ਬੰਦੇ ਨੇ ਤੇ ਆਪਣਾ ਟਿਕਾਣਾ ਵੇਖ ਲਿਆ ਹੈ ਤੇ ਜੇ ਆਪਾਂ ਇਹਨੂੰ ਛੱਡ ਦਿੱਤਾ ਤੇ ਇਹਨੇ ਤੇ ਜਾ ਕੇ ਸਾਡਾ ਟਿਕਾਣਾ ਦੱਸ ਦੇਣਾ ਤੇ ਲਿਆ ਦੇ ਇੰਝ ਕਰੀਏ ਕਿ ਇਹਨੂੰ ਮਾਰ ਦਈਏ। ਉਹਨਾਂ ਚਲੋ ਸਹੀ ਇਹਨੂੰ ਮਾਰ ਹੀ ਦਿੰਦੇ ਆ ਤੇ ਇਸ ਤੋਂ ਪਹਿਲੇ ਕਿ ਸਾਡਾ ਟਿਕਾਣਾ ਦੱਸੇ। ਤੇ ਉਹ ਇੰਨੀ ਦੇਰ ਨੂੰ ਨਾ ਉੱਠ ਕੇ ਨਾ ਤੂੰ ਉਹਨਾਂ ਦੀ ਗੱਲਾਂ ਸੁਣ ਲੈਂਦਾ ਤੇ ਸੁਣ ਕੇ ਬੜਾ ਨਡਰ ਹੋ ਕੇ ਨਾ ਉਹਨਾਂ ਨੂੰ ਕਹਿੰਦਾ ਕਿ ਭਾਈਓ ਵੀ ਵੀਰੋ ਵੀ ਤੁਸੀਂ ਮੈਨੂੰ ਮਾਰੋ ਨਾ ਤੇ ਮੇਰਾ ਕਿਹੜਾ ਕੋਈ ਅੱਗੇ ਵੇ ਜਾਂ ਪਿੱਛੇ ਵੇ। ਤੁਸੀਂ ਮੈਨੂੰ ਇੰਝ ਕਰੋ ਆਪਦੇ ਕੋਲ ਨੌਕਰ ਰੱਖ ਲਵੋ ਤੇ ਮੈਂ ਤੁਹਾਡੇ ਕੋਲ ਨੌਕਰੀ ਕਰੀ ਜਾਵਾਂਗਾ। ਉਹਨੇ ਨੌਕਰੀ ਤੂੰ ਕੀ ਕੰਮ ਕਰੇਗਾ?
उन्हें तेनों पता असी कौन आ, उन्हें असी चोरियां करने डाके मारने आ ते तू ये काम कर लेंगा। उन्हें भी अगर मैनू आपदे नाल रखोगे मैनू दसोगे तो मैं कर लाँगा। उन्हें अच्छा, उन्हें चलो फिर तेरा इम्तिहान लेने आ, जे तू पास हो गया तो तेनों आपदे कोल रख लाँगे। उन्हें दसो जी। उन्हें साड़ी तलाह के मुताबिक ना एक किसान जिहड़ा है ना वो अपना जिहड़ा पलिया होया बछड़ा है ना जिन्हों झोटा कहा जाता है, वैड़ा कहा जाता है, उन्हें वो वैड़ा जिहड़ा है ना अपना वेचन कल जा रहा है कसाई कोल। ते अगर तू उनके कोलों वैड़ा लै आवें बगैर उन्होंने नुकसान पहुँचाया तो उन्होंने पता भी नहीं लगन देना, अगर वो लै आवें तो भई तेनों असी आपदे कोल रखण च राज़ी हाँ। उन्हें आया भी काम मैं किवें करांगा। इन्नी देर नूं ना डाकू ने एक जुत्ती पाई हुंदी, बड़ी खूबसूरत हुंदी है, प्यारी जी बनी हुंदी है। उनकी जुत्ती वाल इशारा करदा भी अगर तू मैनूं जुत्ती दे देवें तो फिर मैं काम कर सकना वा। उन्हें आया ठीक है जुत्ती तू ले लै। उन्हें ठीक है। हुण जिस राह ते उस किसान ने गुजरना हुंदा ना वैड़ा लैके ते उनदे राह दे विच ना एक लित्तर सट के ते आप साइड ते ना लुक जांदा है। वो जिस टाइम वेंदा है कि उत्थों गुजरदा है वैड़ा लैके वेंदा भी जुत्ती बड़ी खूबसूरत पई है, प्यारी है, वेख के तो उन्होंने हुंदा भी लै भी आ जुत्ती जिहड़ी ने मैं अपनी बीवी नूं गिफ्ट करांगा ते उनका गुस्सा गस्सा भी खत्म हो जाएगा। वो मेरे नाल लड़दी झगड़दी रहिंदी है ते फिर सोचदा भी ते एक लित्तर रहिंदा मैं की करा। उन्होंने उत्थे सट के ते वैड़ा लैके टुर पैंदा। वो भई की करदे जाना जिहड़ा हुंदा ठग वो झाड़ियां दे ओले लोकदा लकांदा ना उंदे तो होर अगे जाके ना तो दूजा लित्तर भी सड़ दिंदा है। वो जिस टाइम अगे जाके वेंदा भी दूजा लित्तर भी पिया है तो कहंदा यार किड्डा बेवकूफ आ मैं भी, वो लित्तर ही चुक के लई जांदा भी चलो ये जोड़ा तो हो जांदा ते चलो जुत्ती मुकम्मल हो जाती। हुण कहंदा भी हुण मैं वापस जाना मैं ते वैड़े ने तो बड़ा अरमान नाल जाना है तो वो ना होवे भी उत्थों कोई दूसरा चुक लवे तो वो वैड़ा ना आंदा मैं इत्थे बन के ना तो भज के जाके लै आना। वो वैड़ा उत्थे बन के तो भज के जांदा है भी उत्थे जाके दूजा लित्तर लै आवां। तो जिस टाइम वो लित्तर हल जाता है तो उत्थे वो एक पौला हुंदा ही नहीं, वापसी ते आंदा तो वैड़ा नहीं हुंदा। वो भई जना वैड़ा लैके आउंदा तो उन्हां दे हवाले करदा भी लो जी। वो बड़े हैरान हुंदे ने भी मुंडे ने छातरी तो बड़ी वहाई है, फनकारी तो बड़ी वहाई है। वो उनकी सोचदा भी यार मेरा वैड़ा तो चोरी हो गया तो मैं अगर घर पैसे नाल गया तो साडी तो बड़ी मकाल हो जानी है। वो की करदा उंदे कोल 3 वैड़े हुंदे ने। वो जांदा आंदा मैं चुप करके ना दूसरा वैड़ा खोल लिया ताकि उन्होंने वेच के तो उनके पैसे जोड़े आपकी बीवी ने दे दियाँ तो कोई घर च लड़ाई वगैरह ना हो। वो जांदा ही दूजा वैड़ा लैके आ रहा हुंदा ते डाकू नूं कहंदे ने उस ठग नूं कि अगर तू इहदे कोल दूसरा वैड़ा भी लै आवें ते असीं तैनूं मूँह मंगिया इनाम देंगे। उन्हें है ठीक है। वो भई वैड़ा लैके जा रहा हुंदा तो वो की करदा अपने आप नूं बन के ना ते उनदे राह दे विच खलो जांदा जां उनदे राह दे विच ना अपने आप नूं बन लैंदा दरख्त दे नाल। उतों गुजरन लगदा ते वो इस तो पहले उन्होंने वेखदा है भी दी बंदे नूं बन्निया। वो उनदे पुछण तो पहले ना भी तैनूं किन्ने बन्निया, वो आंदा उन्हूं आवाज़ दे दिंदा भी अल्लाह दे बंदिया मैनूं इत्थों खोल, मैनूं तो इंज इंज चोर बन गए ने। उन्हें यार तेनों मैं खोल तो देवां लेकिन मैं पहले ही अपना एक वैड़ा गवा चुकिया वां, पहले बड़ा आपदा नुकसान करा चुकिया तो लिहाजा माजरत मैं तेनों नहीं खोल सकदा। वो लगा जाता है चुप करके ना स्पीड ना टुर पैंदा है। वो करदा भी अपने आप नूं फिर अगे लिजा के ना उंदे तो फिर बन लैंदा है। वो अगे जाके उन्होंने वेंदा है तो उन्होंने कहंदा है भी इत्थे ये की बला है भी इहनूं तो हले मैं पिछे छड्ड के आया। वो आंदा यार मैनूं खोल मैनूं आज़ाद कर। वो आंदा नहीं नहीं मैं चला वां, मेरे कसाइयां दा जड़ा वक्त तो गुजरी जान दिया तो मैं ना इहनूं दवा वेचना तो मैं भाई तैनूं नहीं खोल सकदा। फिर टुर पैंदा है अगे जाके ना फिर अपने आप ने इंजी बन के ना तो उनके अगे आ जाता है। उन्होंने वेख के ना तो रौला पान लग पैंदा भी तू जां तो कोई शैतान है तो जां कोई बला है तू भी तेनों मैं पिछे छड्ड गया ना तो तू अगे आ जाना। कहंदा मैं बला नहीं मैं इंसान ही हाँ लेकिन लिहाजा मेरे जेड़ा हैगा ना मेरे पिछे जेड़े तू वेख के आया ना मेरे जुड़वा 2 भरा ने तो डाकुआं ने इंजी सानू ना वक्फे वक्फे ना बन्निया तो असीं सारिआं नूं तू आज़ाद कर दे तेरी मेहरबानी है।
ਉਹਨੇ ਮੈਂ ਤੇਰੀ ਗੱਲ ਦਾ ਕਿਵੇਂ ਯਕੀਨ ਕਰਾਂ। ਉਹਨੇ ਯਾਦ ਫਿਰ ਹੋਇਆ ਮੈਂ ਪਿੱਛੇ ਉਹਨੂੰ ਵੇਖ ਕੇ ਆਨਾ ਵਾ ਤੇ ਫਿਰ ਤੈਨੂੰ ਆ ਕੇ ਛੱਡਾਂਗਾ, ਕਿਉਂਕਿ ਫਿਰ ਮੈਨੂੰ ਯਕੀਨ ਹੋਏਗਾ। ਉਹ ਵਿਹੜਾ ਆਪਦਾ ਉੱਥੇ ਬੰਨ੍ਹਦਾ ਤੇ ਜਾਂਦਾ ਪਿੱਛੇ ਉਹਨੂੰ ਵੇਖਣ, ਉੱਥੇ ਹੁੰਦਾ ਹੀ ਨਹੀਂ। ਉਨੀ ਦਿਨ ਉਹ ਵਿਹੜਾ ਲੈ ਕੇ ਨਾ ਭਾਈ ਉਹ ਵੀ ਗਾਇਬ ਹੋ ਜਾਂਦੇ। ਉਹ ਆ ਕੇ ਵਹਿੰਦਾ ਤੇ ਸਿਰ ਦੇ ਹੱਥ ਮਾਰਦਾ ਵੀ ਲੈ ਵੀ ਦਾਲ ਆ ਗਿਆ ਬੰਦਾ ਮੈਨੂੰ। ਆਂਦਾ ਹੁਣ ਵੀ ਹੁਣ ਆਂਦਾ ਮੈਂ ਤੀਜਾ ਵਿਹੜਾ ਲਿਆਣਾ ਵਾ ਤਾਂ ਕਿ ਉਹਨੂੰ ਵੇਚ ਦੇਵਾਂ। ਉੱਧਰੋਂ ਉਹਨੂੰ ਕਹਿੰਦੇ ਨੇ ਲਓ ਜੀ ਮੂੰਹ ਮੰਗਿਆ ਤਾਂ ਤੈਨੂੰ ਮੈਂ ਅਸੀਂ ਇਨਾਮ ਦੇਣਾ ਹੀ ਦੇਣਾ ਹੈ। ਕਿਸਾਨ ਹੁਣ ਗਿਆ ਆਪਦਾ ਤੀਸਰਾ ਵਿਹੜਾ ਲੈਣ। ਅਗਰ ਤੂੰ ਉਹਦੇ ਕੋਲੋਂ ਉਹਦਾ ਤੀਸਰਾ ਵਿਹੜਾ ਵੀ ਜਿਹੜਾ ਲੈ ਲਏਗਾ ਨਾ ਤੇ ਅਸੀਂ ਤੈਨੂੰ ਆਪਦਾ ਸਰਦਾਰ ਹੀ ਬਣਾ ਲਾਂਗੇ। ਸਰਦਾਰ ਦਾ ਸੁਣ ਕੇ ਤੇ ਉਹਨੇ ਲੈ ਮੇਰੀ ਤਾਂ ਤਰੱਕੀ ਹੋ ਜਾਣੀ ਬਹੁਤ ਜ਼ਿਆਦਾ। ਉਹਨੇ ਠੀਕ ਹੈ ਜੀ, ਇਹ ਤਾਂ ਕੋਈ ਮਸਲਾ ਹੀ ਨਹੀਂ। ਹੁਣ ਕਿਸਾਨ ਤੀਸਰਾ ਵਿਹੜਾ ਲੈ ਕੇ ਆ ਰਿਹਾ ਹੁੰਦਾ ਹੈ। ਹੁਣ ਉਹਦੇ ਕੋਲ ਇੱਕ ਫਨ ਵੀ ਹੁੰਦਾ ਹੈ ਕਿ ਉਹ ਹਰ ਤਰ੍ਹਾਂ ਦੇ ਜਾਨਵਰ ਦੀ, ਹਰ ਤਰ੍ਹਾਂ ਦੇ ਇਨਸਾਨ ਦੀ ਆਵਾਜ਼ ਜਿਹੜੀ ਨਾ ਉਹ ਕੱਢ ਸਕਦਾ ਸੀ। ਉਹ ਕੀ ਕਰਦਾ ਹੈ ਵੀ ਉਹ ਵਿਹੜਾ ਜਿਸ ਟਾਈਮ ਲੈ ਕੇ ਜੰਗਲ ਦੇ ਵਿੱਚੋਂ ਗੁਜ਼ਰਨ ਲੱਗਦਾ ਹੈ ਤੇ ਉਹ ਦਰਖਤ ਦੇ ਉੱਲੇ ਹੋ ਕੇ ਨਾ ਤੇ ਉਹਦੇ ਦੋ ਵਿਹੜਿਆਂ ਦੀ ਆਵਾਜ਼ ਕੱਢਦਾ ਹੈ। ਕਿਉਂ ਉਹ ਬੜਾ ਖੁਸ਼ ਹੋ ਜਾਂਦਾ ਵੀ ਮੇਰੇ ਵਿਹੜੇ ਲੱਗਦਾ ਇੱਥੇ ਕਿਤੇ ਹੀ ਨੇ, ਮੈਂ ਤਾਂ ਚੋਰੀ ਹੋ ਗਏ ਨੇ ਤੇ ਮੇਰੇ ਵਿਹੜੇ ਤੇ ਇੱਥੇ ਕਿਤੇ ਨੇ ਤੇ ਮੈਂ ਇਹਨਾਂ ਨੂੰ ਵੇਖਣਾ। ਉਹ ਹੁਣ ਭਾਈ ਖੁਸ਼ੀ ਦੇ ਵਿੱਚ ਇਹਨਾਂ ਦੂਸਰੇ ਉਹ ਤੀਸਰੇ ਵਿਹੜੇ ਨੂੰ ਬੰਨ੍ਹ ਕੇ ਨਾ ਤੂੰ ਉਹਨੂੰ ਇੱਧਰ ਉੱਧਰ ਲੱਭਣ ਲੱਗ ਪੈਂਦਾ। ਜਿਸ ਟਾਈਮ ਇੱਧਰ ਉੱਧਰ ਲੱਭਦਾ ਹੈ ਉਹਨੇ ਦਿਨ ਨੂੰ ਭਾਈ ਉਹ ਤੀਸਰਾ ਵੀ ਖੋਲ ਕੇ ਲੈ ਜਾਂਦਾ। ਜਿਸ ਟਾਈਮ ਤੀਸਰਾ ਖੋਲ ਕੇ ਲੈ ਜਾਂਦਾ ਤੇ ਉਹ ਭਾਈ ਰੋਣ ਪਿੱਟਣ ਲੱਗ ਪੈਂਦਾ, ਦਵਾਈਆਂ ਮਾਰਨ ਲੱਗ ਪੈਂਦਾ। ਉੱਧਰੋਂ ਭਾਈ ਉਹ ਲੈ ਜਾਂਦੇ ਨੇ ਤੇ ਉਹਨੂੰ ਆਪਦਾ ਨਾ ਮੰਨ ਲੈਂਦੇ ਨੇ ਆਪਦਾ ਸਰਦਾਰ ਮੰਨਣ ਦੇ ਨਾਲ ਨਾਲ ਨਾ ਉਹ ਪਰੇਸ਼ਾਨ ਵੀ ਹੋ ਜਾਂਦੇ ਨੇ ਕਿ ਇਹ ਤਾਂ ਬੜਾ ਸ਼ਾਤਰ ਬੰਦਾ ਹੈ ਤੇ ਬਹੁਤ ਹੀ ਵੱਡਾ ਠੱਗ ਹੈਗਾ, ਹੋਵੇ ਨਾ ਤੇ ਇਹ ਸਾਨੂੰ ਨਾ ਕਿਤੇ ਵੇਚ ਦੇਵੇ, ਇਹ ਤਾਂ ਬੜਾ ਤੇਜ਼ ਬੰਦਾ ਹੈ। ਇੱਕ ਦਿਨ ਉਹ ਜਾਂਦੇ ਨੇ ਚੋਰੀ ਵਾਸਤੇ ਜਾਂ ਡਾਕੇ ਵਾਸਤੇ। ਉਹ ਹੁਣ ਜਿਹੜਾ ਜਾਣਾ ਹੁੰਦਾ ਠੱਗ ਹੁੰਦਾ ਉਹ ਆਂਦਾ ਵੀ ਮੈਂ ਨਹੀਂ ਤੁਹਾਡੇ ਨਾਲ ਅੱਜ ਜਾਣਾ। ਉਹ ਬਜਾਏ ਇਤਰਾਜ਼ ਕਰਨ ਦੇ ਸਗੋਂ ਖੁਸ਼ ਹੁੰਦੇ ਮੈਂ ਠੀਕ ਪਰ ਮਗਰੋਂ ਲੱਥੇ ਉਹਦੇ ਜੋ ਜਾਨ ਛਡਾਉਣਾ ਚਾਹੁੰਦੇ ਨੇ ਉਹ ਭਾਈ ਚਲੇ ਜਾਂਦੇ ਨੇ। ਉਹ ਪਿੱਛੋਂ ਕੀ ਕਰਦਾ ਹੈ ਕਿ ਉਹਨਾਂ ਦੇ ਜਿਹੜੇ 5-7 ਘੋੜੇ ਹੁੰਦੇ ਨਾ ਉਹਨਾਂ ਨੂੰ ਲੈਂਦਾ ਏ, ਉਹਨਾਂ ਦੇ ਉੱਤੇ ਜਿਹੜਾ ਵੀ ਉਹਨਾਂ ਦਾ ਸਮਾਨ ਸਮੂਨ ਹੁੰਦਾ ਕੀਮਤੀ ਜਿਹੜਾ ਕੋਈ ਉਹਨਾਂ ਡਾਕਾ ਡੂਕਾ ਮਾਰਿਆ ਹੁੰਦਾ ਸਾਰਾ ਉਹਦੇ ਉੱਤੇ ਲੱਦਦਾ ਤੇ ਬਾਬੇ ਨੂੰ ਬੰਨ੍ਹ ਕੇ ਨਾ ਤੇ ਭਾਈ ਆਪਦੇ ਘਰਾਂ ਨੂੰ ਤੇ ਬਾਬੇ ਨੂੰ ਸੁਨੇਹਾ ਦੇ ਜਾਂਦਾ ਵੀ ਉਹਨਾਂ ਨੂੰ ਕਹਿ ਦੀ ਕਿ ਮੇਰਾ ਪਿੱਛਾ ਨਾ ਕਰਨਾ, ਅਗਰ ਕਰਨਗੇ ਤੇ ਆਪ ਦਾ ਨੁਕਸਾਨ ਦਾ ਆਪ ਹੀ ਜ਼ਿੰਮੇਦਾਰ ਹੋਣਗੇ। ਠੀਕ ਹੈ ਜੀ। ਉਹ ਜਿਸ ਟਾਈਮ ਆ ਕੇ ਵਹਿੰਦੇ ਨੇ ਤੇ ਉਹ ਆਪਦੇ ਸਮਾਨ ਦੀ ਨਹੀਂ ਪਰਵਾਹ ਕਰਦੇ ਹੁੰਦੇ ਨੇ, ਸ਼ੁਕਰ ਹੈ ਵੀ ਇਹੋ ਜਿਹੇ ਬੰਦੇ ਤੋਂ ਸਾਡੀ ਜਾਨ ਛੁੱਟੀ। ਉਹ ਭਾਈ ਹੁਣ ਜਾ ਰਿਹਾ ਹੁੰਦਾ ਘਰ, ਉਹ ਸਮਾਨ ਦੇ ਵਿੱਚੋਂ ਨੇ ਇੱਕ ਬਹੁਤ ਹੀ ਕੀਮਤੀ ਜਿਹੜਾ ਨਾ ਲਿਬਾਸ ਉਹ ਕੱਢ ਕੇ ਤੇ ਪਾ ਲੈਂਦਾ। ਜਿਸ ਨੂੰ ਪਾ ਲੈਂਦਾ ਤੇ ਜਾ ਕੇ ਆਪਣੇ ਘਰ ਦਾ ਦਰਵਾਜ਼ਾ ਖੜਕਾਉਂਦਾ ਤੇ ਆਪਦੇ ਬਜ਼ੁਰਗ ਆਪਦੇ ਅੱਬੇ ਨੂੰ ਕਹਿੰਦਾ ਵੀ ਮੈਂ ਸਾਹਿਬ ਤੁਹਾਡੇ ਕੋਲ ਰਾਤ ਰਹਿਣਾ ਚਾਹੁੰਦਾ। ਤੇ ਉਹਦਾ ਪਿਓ ਨੂੰ ਸਿਆਣਦਾ ਨਹੀਂ, ਤੂੰ ਆਂਦਾ ਯਾਰ ਐ ਸਾਹਿਬ ਵੀ ਮੈਂ ਇਹਦਾ ਘਰ ਇਸ ਕਾਬਿਲ ਨਹੀਂ ਹੈਗਾ ਕਿ ਤੂੰ ਇੱਥੇ ਰਵੇਂ। ਉਹ ਆਂਦਾ ਕਿ ਤੇਰੇ ਬੇਟੇ ਦੇ ਕਾਬਿਲ ਵੀ ਨਹੀਂ ਹੈਗਾ ਕਿ ਉਹ ਵੀ ਇੱਥੇ ਰਹਿ ਪਵੇ। ਉਹ ਜਦੋਂ ਇੰਨੀ ਗੱਲ ਕਹਿੰਦਾ ਉਹਨੂੰ ਬੜੇ ਗੌਰ ਨਾਲ ਬਹਿੰਦਾ ਤੇ ਕਹਿੰਦਾ ਸਿਆਣਦਾ ਵੀ ਇਹ ਤਾਂ ਮੇਰਾ ਬੇਟਾ ਹੈ। ਤੇ ਕਹਿੰਦਾ ਵੀ ਬੇਟਾ ਵੀ ਤੂੰ ਕੀ ਕੰਮ ਕੀਤਾ, ਤੂੰ ਤੇ ਅਮੀਰ ਹੋ ਗਿਆ। ਅੰਦਰ ਜਾਂਦੇ ਨੇ ਬਹਿੰਦੇ ਨੇ, ਉਹਨੂੰ ਸਾਰੀ ਕਹਾਣੀ ਦੱਸਦਾ ਵੀ ਆਹ ਕੁਛ ਹੋਇਆ ਤੇ ਆਹ ਕੁਛ ਮੈਂ ਕੀਤਾ। ਤੇ ਉਹਨੇ ਅੱਬਾ ਜੀ ਤੁਸੀਂ ਆਪੇ ਕਿਹਾ ਸੀ ਕਿ ਜਿਹੜਾ ਤੇਰਾ ਦਿਲ ਕਰਦਾ ਤੂੰ ਉਹ ਕੰਮ ਕਰੀ। ਉਹਨੇ ਠੀਕ ਹੈ। ਤੇ ਉਹਨੇ ਪੁੱਤਰ ਹੁਣ ਤੂੰ ਕੰਮ ਕੀ ਕਰੇਗਾ? ਉਹਨੇ ਅੱਬਾ ਜੀ ਮੈਂ ਕੋਈ ਤਾਜਰਾਂ ਦਾ ਕੰਮ ਕਰਾਂਗਾ, ਖਰੀਦੋ ਫਰੋਖਤ ਕਰਾਂਗਾ। ਤੇ ਉਸ ਪਿੰਡ ਦੇ ਵਿੱਚ ਨਾ ਇੱਕ ਜ਼ਿਮੀਦਾਰ ਹੁੰਦਾ ਤੇ ਜ਼ਿਮੀਦਾਰ ਦੀ ਨਾ ਬੇਟੀ ਬੜੀ ਖੂਬਸੂਰਤ ਹੁੰਦੀ, ਜ਼ਹਾਨਤ ਵਾਲੀ ਹੁੰਦੀ, ਅਕਲਮੰਦ ਹੁੰਦੀ। ਤੇ ਉਹ ਆਂਦਾ ਕਿ ਮੈਂ ਉਹਦੇ ਨਾਲ ਨਾ ਉਹਦਾ ਜ਼ਿਹਨ ਹੁੰਦਾ ਕਿ ਮੈਂ ਉਹਦੇ ਨਾਲ ਸ਼ਾਦੀ ਕਰ ਲਾਂ। ਤੇ ਆਪਦੇ ਅੱਬੇ ਨੂੰ ਰਜ਼ਾਮੰਦ ਕਰਦਾ ਹੈ ਕਿ ਅੱਬਾ ਜੀ ਉਹਨੂੰ ਜਾ ਕੇ ਨਾ ਰਿਸ਼ਤਾ ਪੁੱਛੋ ਮੇਰੇ ਵਾਸਤੇ। ਤੇ ਉਹਦਾ ਪੁੱਤਰ ਕਹਿੰਦਾ ਹੈ ਕਿ ਪੁੱਤਰ ਮੈਂ ਰਿਸ਼ਤਾ ਤਾਂ ਪੁੱਛ ਲਾਂ ਤੇ ਉਹਨੂੰ ਮੈਂ ਕਹਾਂਗਾ ਕਿ ਵੀ ਅਗਰ ਉਹ ਪੁੱਛੇ ਵੀ ਤੇਰਾ ਬੇਟਾ ਕੀ ਕਰਦਾ ਤੇ ਮੈਂ ਉਹਨੂੰ ਕੀ ਕਹਾਂ। ਉਹਨੇ ਵੀ ਉਹਨੂੰ ਕਿਹਾ ਵੀ ਉਹ ਬਹੁਤ ਆਲਾ ਕਿਸਮ ਦਾ ਠੱਗ ਹੈ ਤੇ ਆਪਣੇ ਕੰਮ ਦੇ ਵਿੱਚ ਬੜਾ ਫਨਕਾਰ ਹੈਗਾ। ਉਹ ਪਹਿਲੇ ਤਾਂ ਮੰਨਦਾ ਨਹੀਂ, ਅਖੀਰ ਉਹਦੇ ਸਰਾਰ ਕਰਨ ਤੇ ਮੰਨ ਜਾਂਦਾ। ਜ਼ਿਮੀਦਾਰ ਦੇ ਮੱਥੇ ਲੱਗਦਾ ਤੇ ਉਹਦੇ ਨਾਲ ਭਾਈ ਪੈਰੀ ਪੈ ਕੇ ਨਾ ਤਰੋਣ ਲੱਗ ਪੈਂਦਾ। ਉਹ ਆਂਦਾ ਵੀ ਬਜ਼ੁਰਗੋ ਕੀ ਹੋਇਆ ਹੈ? ਉਹਨੇ ਇਹ ਵੀ ਅਗਰ ਤੁਸੀਂ ਮੈਨੂੰ ਤੇ ਮੇਰੇ ਬੇਟੇ ਨੂੰ ਮਾफ़ ਕਰ ਦਿਓਗੇ ਤਾਂ ਫਿਰ ਮੈਂ ਗੱਲ ਕਰਨਾ।
ਉਹਨੇ ਜੀ ਦੱਸੋ ਨਹੀਂ ਕੋਈ ਤੁਹਾਨੂੰ ਕਹਿੰਦਾ ਦੱਸੋ ਗੱਲ। ਉਹਨੇ ਮੇਰਾ ਬੇਟਾ ਹੈਗਾ ਕੰਮ ਅਕਲ ਹੈ ਤੇ ਉਹ ਤੁਹਾਡੀ ਬੇਟੀ ਨਾਲ ਸ਼ਾਦੀ ਕਰਨਾ ਚਾਹੁੰਦਾ ਹੈ। ਇੱਕ ਵਾਰੀ ਤੁਹਾਨੂੰ ਗੁੱਸਾ ਚੜ੍ਹ ਜਾਂਦਾ ਹੈ, ਫਿਰ ਉਹ ਚੁੱਪ ਕਰ ਜਾਂਦਾ ਵੀ ਵਾਅਦਾ ਕੀਤਾ ਹੈ। ਉਹਨੂੰ ਕਹਿੰਦਾ ਵੀ ਤੇਰਾ ਬੇਟਾ ਕਰਦਾ ਕੀ ਹੈ। ਉਹਨੇ ਆ ਵੀ ਉਹ ਬਹੁਤ ਆਲਾ ਕਿਸਮ ਦਾ ਠੱਗ ਹੈ ਤੇ ਫਨਕਾਰ ਹੈ ਆਪਦੇ ਕੰਮ ਦੇ ਵਿੱਚ, ਤੇ ਉਹਨੇ ਜੋ ਕੁਛ ਕੀਤਾ ਹੁੰਦਾ ਨਾ ਸਾਰਾ ਉਹਨੂੰ ਦੱਸ ਦਿੰਦਾ। ਜ਼ਿਮੀਂਦਾਰ ਆਂਦਾ ਵੀ ਠੀਕ ਹੈ, ਉਹਨੂੰ ਮੈਂ ਇੱਕ ਇਮਤਿਹਾਨ ਲੈਣਾ, ਅਗਰ ਉਹਦੇ 'ਚ ਪਾਸ ਹੋ ਗਿਆ ਤਾਂ ਕੋਈ ਮੈਂ ਸੋਚਾਂਗਾ ਵਿਆਹ ਦੇ ਬਾਰੇ। ਉਹਨੇ ਜੀ ਕੈਸਾ ਇਮਤਿਹਾਨ। ਉਹਨੇ ਵੀ ਕੱਲ੍ਹ ਸਾਡੇ ਘਰ ਆਉਣਾ ਇੱਕ ਮਹਿਮਾਨ, ਮੇਰਾ ਜਿਹੜਾ ਹੈਗਾ ਤਾਜਰ ਦੋਸਤ ਹੈ, ਉਹਨੇ ਆਉਣਾ ਸਾਡੇ ਘਰ ਤੇ ਉਹਦੇ ਵਾਸਤੇ ਨਾ ਮੈਂ ਬੱਕਰਾ ਭੁੰਨਣਾ ਹੈ। ਤੇ ਅਗਰ ਉਹ ਸਾਡੇ ਕਿਚਨ ਦੇ ਵਿੱਚੋਂ ਪਕਾਉਣ ਵਾਲੀ ਜਗ੍ਹਾ ਦੇ ਵਿੱਚੋਂ ਵੀ ਅਗਰ ਉਹ ਬੱਕਰਾ ਲੈ ਜਾਵੇ ਭੁੰਨਿਆ ਹੋਇਆ ਤੇ ਮੈਂ ਉਹਨੂੰ ਮੰਨ ਜਾਵਾਂਗਾ ਤੇ ਫਿਰ ਕੁਛ ਸੋਚਾਂਗਾ ਉਹਦੇ ਬਾਰੇ। ਉਹਨੇ ਠੀਕ ਹੈ ਜੀ। ਉਹ ਜਾ ਕੇ ਤਾਂ ਆਪਣੇ ਬੇਟੇ ਨੂੰ ਦੱਸਦਾ ਹੈ, ਉਹ ਤਿਆਰੀ ਕਰਦਾ ਹੈ। ਉਹ ਕੀ ਕਰਦਾ, ਜੰਗਲ ਦੇ ਵਿੱਚ ਜਾ ਕੇ ਨਾ ਤੇ 3 ਬੜੇ ਪਲੇ ਹੋਏ ਨਾ ਸੇ ਫੜਦਾ ਖਰਗੋਸ਼ ਤੇ ਆਪਣਾ ਰੂਪ ਬਾਬਿਆਂ ਵਾਲਾ ਬਣਾ ਕੇ ਨਾ ਤੇ ਉੱਥੇ ਚਲਾ ਜਾਂਦਾ। ਉਹਦੇ ਨਾਲ ਦੀਵਾਰ ਦੇ ਬਾਹਰ ਜਾਂ ਉਹਦੇ ਘਰ ਦੇ ਉਸ ਹਿੱਸੇ ਤੇ ਵੀ ਜਿੱਥੇ ਉਹਨਾਂ ਤੇ ਨਜ਼ਰ ਰੱਖ ਸਕੇ। ਉਹ ਕੀ ਕਰਦਾ, ਵਹਿੰਦਾ ਕੀ ਕਿ ਜ਼ਿਮੀਂਦਾਰ ਜਿਹੜਾ ਨਾ ਆਪ ਕਿਚਨ ਦੇ ਵਿੱਚ ਹੁੰਦਾ ਰਖਵਾਲੀ ਕਰਨ ਵਾਸਤੇ ਤੇ ਬੱਕਰਾ ਭੁੰਨਿਆ ਜਾ ਰਿਹਾ ਤੇ ਉਹ ਕੀ ਕਰਦਾ ਵੀ ਇੱਕ ਸਿਆਹ ਜਿਹੜਾ ਨਾ ਉਹ ਅੰਦਰ ਛੱਡ ਦਿੰਦਾ। ਉਹ ਜਿਸ ਟਾਈਮ ਖਰਗੋਸ਼ ਨੂੰ ਛੱਡਦਾ ਅੰਦਰ ਤੇ ਉਹ ਵਹਿੰਦੇ ਨੇ ਕਿਚਨ ਵਾਲੇ, ਉਹ ਆਂਦੇ ਨੇ ਲੈ ਵੀ ਖਰਗੋਸ਼ ਬੜਾ ਪਲਿਆ ਹੋਇਆ ਹੈ, ਉਹ ਆਂਦਾ ਫੜੋ ਨਾਲ ਇਹਨੂੰ ਵੀ ਪਕਾਈਏ। ਉਹ ਭੱਜ ਉੱਠਦੇ ਨੇ ਉਧਰ। ਜਿਸ ਨੂੰ ਭੱਜ ਉੱਠਦੇ ਨੇ ਤੇ ਉਹ ਜ਼ਿਮੀਂਦਾਰ ਉਹਨੂੰ ਕਹਿੰਦਾ ਵੀ ਇਹਨੂੰ ਦਫਾ ਕਰੋ ਤੇ ਤੁਸੀਂ ਇੱਧਰ ਇਹਨੂੰ ਪਕਾਓ। ਬੜੀ ਸਖਤੀ ਨਾਲ ਉਹਨਾਂ ਨੂੰ ਕਹਿੰਦਾ, ਉਹ ਵਾਪਸ ਆ ਜਾਂਦੇ ਨੇ। ਉਹ ਵਹਿੰਦਾ ਵੀ ਨਹੀਂ ਬਣੀ ਗੱਲ, ਫਿਰ ਦੂਜਾ ਛੱਡ ਦਿੰਦਾ। ਉਹ ਦੂਜੇ ਵਾਰੀ ਫਿਰ ਜਾਂਦੇ ਨੇ, ਫਿਰ ਉਹ ਚੌਧਰੀ ਉਹਨਾਂ ਨੂੰ ਆਵਾਜ਼ ਦੇ ਦਿੰਦਾ ਜਾਂ ਜ਼ਿਮੀਂਦਾਰ ਆਵਾਜ਼ ਦੇ ਦਿੰਦਾ, ਫਿਰ ਆ ਜਾਂਦਾ। ਜਿਸ ਟਾਈਮ ਤੀਜਾ ਸਿਆਹ ਛੱਡਦਾ ਨਾ, ਉਹਨਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਵੀ ਲੈ ਵੀ ਇਹ ਤਾਂ ਬੜੇ ਬਛੜੇ ਪਲੇ ਹੋਏ ਨੇ, ਇਹਨਾਂ ਨੂੰ ਫੜੋ। ਉਹ ਸਾਰੇ ਪਈ ਉਹਨਾਂ ਦੇ ਦੁਆਲੇ। ਜਿਸ ਟਾਈਮ ਉਹਨਾਂ ਦੇ ਦੁਆਲੇ ਹੋ ਜਾਂਦੇ ਨੇ, ਉਹ ਕਿਚਨ 'ਚ ਆ ਕੇ ਤਾਂ ਪਈ ਸਾਰਾ ਜਿਹੜਾ ਬੱਕਰਾ ਉਹ ਲਵੇਟਦਾ ਹੀ ਤੇ ਲੈ ਕੇ ਚਲੋ ਜੀ ਤੀਰ ਹੋ ਜਾਂਦਾ। ਉਧਰੋਂ ਖਰਗੋਸ਼ ਫੜਨ ਦੇ ਚੱਕਰਾਂ ਦੇ ਵਿੱਚ ਖਰਗੋਸ਼ ਵੀ ਨਹੀਂ ਉਹਨਾਂ ਕੋਲ ਫੜੀਂਦੇ ਤੇ ਵਾਪਸ ਆਉਂਦੇ ਨੇ ਜਿਸ ਟਾਈਮ ਕਿਚਨ 'ਚ ਤੇ ਭਾਈ ਬੱਕਰਾ ਨਹੀਂ ਹੁੰਦਾ। ਉਹ ਸਮਝ ਜਾਂਦਾ ਵੀ ਲੈ ਵੀ ਲੱਗਦਾ ਵੀ ਮੁੰਡੇ ਨੇ ਦਾ ਮਾਰਦਿਆ ਸਾਨੂੰ ਜਣੇ ਨੇ ਲੈ ਗਿਆ। ਜਿਸ ਟਾਈਮ ਉਹਦਾ ਦੋਸਤ ਆਉਂਦਾ ਤਾਜਰ, ਉਹਨੂੰ ਦੱਸਦਾ ਵੀ ਯਾਰ ਇਸ ਤਰ੍ਹਾਂ ਠੱਗ ਗਏ ਤੇ ਉਹਨੇ ਬੜੀ ਫਨਕਾਰੀ ਦੇ ਨਾਲ ਇਹ ਕੰਮ ਕੀਤਾ। ਉਹ ਆਂਦਾ ਯਾਰ ਤੂੰ ਤੇ ਆਪ ਬੜਾ ਤੇਜ਼ ਤਰਾਜ਼ ਬੰਦਾ, ਤੈਨੂੰ ਕੋਈ ਕਿਵੇਂ ਦਾ ਲਾ ਸਕਦਾ, ਮੈਂ ਨਹੀਂ ਮੰਨਦਾ। ਉਹਨੇ ਯਾਰ ਉਹ ਬੜਾ ਤੇਜ਼ ਬੰਦਾ, ਉਹਨੇ ਨਹੀਂ ਮੈਂ ਨਹੀਂ ਮੰਨਦਾ ਵੀ ਯਾਰ ਕੋਈ ਇੰਜ ਵੀ ਕਿਸੇ ਨੂੰ ਦਾਗ ਕੋ ਲਾ ਦੇਵੇ। ਉਹਨੇ ਅੱਛਾ। ਅਗਲੇ ਦਿਨ ਆਂਦਾ ਹੁੰਦਾ ਮੁੰਡਾ ਉਹਦੇ ਕੋਲ ਜ਼ਿਮੀਂਦਾਰ ਕੋਲ, ਉਹਨੂੰ ਕਹਿੰਦਾ ਕਿ ਯਾਰ ਤੇਰੀ ਮਜ਼ਹਾਨਤ ਤੋਂ ਤੇ ਠੀਕ ਹੈ, ਤੂੰ ਬਹੁਤ ਹੀ ਆਲਾ ਕਿਸਮ ਦਾ ਆਪਦੇ ਕੰਮ ਦੇ ਵਿੱਚ ਫਨਕਾਰ ਹੈ ਤੇ ਮੇਰਾ ਇੱਕ ਦੋਸਤ ਹੈਗਾ ਤੇ ਉਹਨੂੰ ਮੈਂ ਤੇਰੇ ਬਾਰੇ ਦੱਸਿਆ ਲੇਕਿਨ ਉਹ ਮੰਨਿਆ ਨਹੀਂ ਤੇ ਉਹਦੇ ਨਾਲ ਕੋਈ ਐਸਾ ਕਰ ਕਿ ਜਿਹੜਾ ਨਾ ਮੈਂ ਵੀ ਖੁਸ਼ ਹੋ ਜਾਵਾਂ। ਉਹਨੇ ਅੱਛਾ। ਉਹਨੇ ਚਲੋ ਠੀਕ ਹੈ ਜੀ, ਮੈਨੂੰ ਉਹਦਾ ਨਾਂ ਤੇ ਟਿਕਾਣਾ ਦੱਸ ਦਿਓ। ਉਹਦਾ ਨਾਂ ਪਤਾ ਲੈ ਕੇ ਤੇ ਚਲਾ ਜਾਂਦਾ। ਹੁਣ ਉਹ ਕੀ ਕਰਦਾ ਵੀ ਉਹਦੇ ਰਾਹ ਦੇ ਵਿੱਚ ਨਾ ਉਸ ਜਗ੍ਹਾ ਤੇ ਖੜਾ ਹੋ ਜਾਂਦਾ, ਜਿਹੜੇ ਬੱਤਖਾਂ ਦੇ ਖੰਭ ਵਗੈਰਾ ਲਾ ਕੇ ਨਾ ਤੇ ਆਪਣੇ ਆਪ ਨੂੰ ਚਿੱਟਾ ਜਿਹਾ ਬਣਾ ਕੇ ਵੀ ਵੇਖਣ 'ਚ ਇੰਝ ਲੱਗੇ ਵੀ ਜਿਸ ਤਰ੍ਹਾਂ ਕੋਈ ਫਰਿਸ਼ਤਾ ਹੈ। ਉਹਦੇ ਰਾਹ ਵਿੱਚ ਖਲੋ ਕੇ ਨਾ ਤੇ ਉੱਥੋਂ ਜਿਸ ਟਾਈਮ ਗੁਜ਼ਰਦਾ ਹੈ ਨਾ ਤੇ ਉਹਨੂੰ ਆਵਾਜ਼ ਦਿੰਦਾ ਹੈ ਤੇ ਆਵਾਜ਼ ਦੇ ਕੇ ਇੱਧਰ ਉੱਧਰ ਵੇਂਦਾ ਵੀ ਮੈਨੂੰ ਕਿਹਨੇ ਆਵਾਜ਼ ਮਾਰੀ। ਉਹਦੇ ਸਾਹਮਣੇ ਆ ਕੇ ਕਹਿੰਦਾ ਕਿ ਮੈਂ ਫਰਿਸ਼ਤਾ ਹੈਗਾ ਵਾਂ, ਲਿਹਾਜ਼ਾ ਮੈਂ ਤੈਨੂੰ ਜੰਨਤ 'ਚ ਲੈਣ ਵਾਸਤੇ ਆਇਆ ਵਾਂ। ਤੂੰ ਤੇਰੇ ਜਿਹੜੇ ਕੰਮ ਨੇ ਨੇਕ ਕੰਮ ਨੇ ਤੇ ਤੈਨੂੰ ਲਿਹਾਜ਼ਾ ਮੈਂ ਜ਼ਿੰਦੇ ਨੂੰ ਲੈ ਜਾਣਾ ਹੈ ਜੰਨਤ ਦੇ ਵਿੱਚ। ਤੇ ਇਸ ਗੱਲ ਦਾ ਤੂੰ ਜ਼ਿਕਰ ਕਿਸੇ ਨਾਲ ਨਹੀਂ ਕਰਨਾ, ਉਹ ਵੀ ਤੇਰੇ ਨਾਲ ਜ਼ਿੱਦ ਕਰਨ ਤੇ ਉਹ ਵੀ ਤੇਰੇ ਨਾਲ ਆਖਣ ਕਿ ਅਸੀਂ ਵੀ ਜਾਣਾ ਹੈ। ਉਹਨੇ ਠੀਕ ਹੈ ਜੀ। ਹੁਣ ਇਸੇ ਚਾਵਾਂ ਦੇ ਵਿੱਚ ਬੜਾ ਖੁਸ਼ ਹੈ। ਉਹਨੇ ਜੋ ਕੁਛ ਅਗਰ ਤੂੰ ਨਾਲ ਵੀ ਲਿਜਾਣਾ ਹੋਏਗਾ ਨਾ ਤੇ ਉਹ ਵੀ ਤੂੰ ਲਿਜਾ ਸਕਣਾ, ਰੁਪਏ ਚਾਂਦੀ ਵਗੈਰਾ ਨਗਦੀ ਵਗੈਰਾ ਜੋ ਵੀ ਤੂੰ ਲਿਜਾਣਾ ਨਾ ਤੂੰ ਲਿਜਾ ਸਕਣਾ। ਉਹਨੇ ਠੀਕ ਹੈ ਜੀ। ਉਹ ਭਾਈ ਅਗਲੇ ਦਿਨ ਉਸੇ ਹੀ ਜਗ੍ਹਾ ਤੇ ਆ ਜਾਂਦਾ ਹੈ ਤੇ ਉਹ ਕੀ ਕਰਦਾ ਹੈ, ਉਹਨੂੰ ਕਹਿੰਦਾ ਵੀ ਉਹ ਫਲਾਣੀ ਉਹ ਬੋਰੀ ਦਾ ਮੂੰਹ ਖੋਲਦਾ ਹੈ। ਉਹਨੂੰ ਕਹਿੰਦਾ ਵੀ ਇਹ ਬੋਰੀ ਦੇ ਵਿੱਚ ਤੂੰ ਆਪਣੇ ਆਪ ਨੂੰ ਵਾੜ ਲੈ। ਉਹ ਬੋਰੀ ਦੇ ਵਿੱਚ ਆਪਣੇ ਆਪ ਨੂੰ ਵਾੜ ਲੈਂਦਾ, ਉੱਤੋਂ ਬੰਨ੍ਹ ਕੇ ਤਾਂ ਉਹਨੂੰ ਲੈ ਕੇ ਤੇ ਘਸੀਟ ਕੇ ਤੇ ਲਈ ਜਾ ਰਿਹਾ ਹੁੰਦਾ ਹੈ।
ਉਹ ਕੀ ਕਰਦਾ, ਜਿਹੜੀ ਦੂਸਰਾ ਉਹਨੇ ਲਿਆਂਦਾ ਹੁੰਦਾ ਇਨਾਮ ਵਗੈਰਾ ਜਾਂ ਉਹਨੇ ਆਪਣਾ ਨਗਦੀ ਲਿਆਂਦੀ ਹੁੰਦੀ ਹੈ, ਮਾਲ ਵਗੈਰਾ ਲਿਆਂਦਾ ਹੁੰਦਾ, ਉਹ ਵੀ ਨਾਲ ਲੈ ਕੇ ਟੁਰ ਪੈਂਦਾ। ਹੁਣ ਉਹਨੂੰ ਘਸੀਟ ਕੇ ਲਈ ਜਾ ਰਿਹਾ ਹੁੰਦਾ, ਉਹ ਅੰਦਰੋਂ ਉਹਨੂੰ ਹੁਣ ਦਰਦ ਮਹਿਸੂਸ ਹੁੰਦੀ ਹੈ, ਸੱਟਾਂ ਲੱਗਦੀਆਂ, ਤੇ ਉਹ ਅੰਦਰ ਰੌਲਾ ਪਾਉਂਦਾ ਹੈ ਵੀ ਖੁਦਾ ਦੇ ਬੰਦਿਆ ਮੈਨੂੰ ਕਿੱਥੇ ਚੱਲਣਾ ਹੈ। ਉਹਨੇ ਆ ਇੱਧਰੋਂ ਅਸੀਂ ਬਾਈਪਾਸ ਚੱਲੇ, ਇੱਥੇ ਲੱਗੇ ਹੀ ਇੱਧਰੋਂ ਦੀ, ਲੇਕਿਨ ਰਸਤਾ ਥੋੜਾ ਖਰਾਬ ਹੈ, ਇੱਧਰੋਂ ਆਪਾਂ ਛੇਤੀ ਪਹੁੰਚ ਜਾਵਾਂਗੇ। ਹੁਣ ਅੰਦਰੋਂ ਪਈ ਹੁੰਦੀਆਂ ਹੱਡੀਆਂ ਟੁੱਟਣ ਦੀ ਵੀ ਉਹਨੂੰ ਲੱਗਣ ਲੱਗ ਪੈਂਦੀ ਹੈ ਵੀ ਯਾਰ ਮੇਰੀਆਂ ਤਾਂ ਲੱਗਦਾ ਹੱਡੀਆਂ ਟੁੱਟਣ ਲੱਗ ਪਈਆਂ। ਉਹਨੂੰ ਬੜੀ ਬੇਦਰਦੀ ਨਾਲ ਜਾ ਰਿਹਾ ਹੁੰਦਾ, ਜਾ ਕੇ ਤੇ ਜ਼ਿਮੀਦਾਰ ਦੇ ਵਾੜੇ ਹੀ ਛੱਡ ਦਿੰਦਾ ਜਿੱਥੇ ਬਤਖਾਂ ਹੁੰਦੀਆਂ ਨੇ, ਛੱਡ ਕੇ ਤੇ ਜਿਹੜੀ ਦੂਸਰੀ ਬੋਰੀ ਹੁੰਦੀ ਹੈ ਉਹ ਲੈ ਕੇ ਤੇ ਘਰ ਚਲਾ ਜਾਂਦਾ। ਉਹ ਸਾਰੀ ਰਾਤ ਬਤਖਾਂ ਪਈ ਉਹਨੂੰ ਠੁੰਗੇ ਵਗੈਰਾ ਮਾਰਤੀਆਂ ਰਹਿੰਦੀਆਂ ਨੇ। ਤੇ ਉਹ ਕੀ ਕਰਦਾ ਵੀ ਸੁਬਾਹ ਹੁੰਦੀ ਹੈ, ਜਿਸ ਟਾਈਮ ਵਾੜੇ ਸਫਾਈ ਕਰਨ ਵਾਸਤੇ ਆਉਂਦੀ ਹੈ ਕੋਈ, ਤੇ ਉਹ ਵੇਖਦੀ ਵੀ ਬੋਰੀ 'ਚ ਕੀ ਹੈ। ਬੋਰੀ ਦਾ ਮੂੰਹ ਖੋਲਦੀ ਤੇ ਅੰਦਰੋਂ ਪਈ ਉਹ ਨਿਕਲਦਾ ਆਇਆ ਕਰਦਾ, ਕਹਿੰਦਾ ਵੀ ਇਹ ਅਗਰ ਜੰਨਤ ਹੈ ਤਾਂ ਭਾਈ ਤੁਸੀਂ ਮੈਨੂੰ ਵਾਪਸ ਹੀ ਉੱਥੇ ਭੇਜ ਦੇਵੋ, ਇੱਥੇ ਤਾਂ ਭਾਈ ਰਾਤ ਦੇ ਨਿੱਕੇ ਨਿੱਕੇ ਸ਼ੈਤਾਨ ਮੈਨੂੰ ਤੇ ਤਲਵਾਰਾਂ ਮਾਰਨ ਦੇ ਨੇ। ਉਹਨੇ ਖੁਦਾ ਦੇ ਬੰਦੇ ਕੋਈ ਜੰਨਤ ਨਹੀਂ ਹੈਗੀ ਦੁਨੀਆ ਤੇ ਹੀ ਹੈ, ਤੇ ਤੂੰ ਇੰਜ ਜ਼ਿਮੀਦਾਰ ਤੇ ਕਾਰ ਹੈ। ਉਹਨੇ ਅੱਛਾ ਸਮਝ ਗਿਆ, ਲੈ ਵੀ ਲੱਗਦਾ ਮੈਨੂੰ ਉਹ ਠੱਗ ਨੇ ਨਾ ਇਹ ਠੱਗੀ ਮਾਰ ਦਿੱਤੀ ਹੈ। ਉਹ ਰੌਲਾ ਸੁਣ ਕੇ ਉੱਥੇ ਜ਼ਿਮੀਦਾਰ ਵੀ ਆ ਜਾਂਦਾ। ਜ਼ਿਮੀਦਾਰ ਆਂਦਾ ਵੀ ਹਾਂ ਵੀ ਹੁਣ ਸੁਣਾ। ਉਹਨੇ ਵਾਕਿਆ ਜਿੱਤ ਸਾਡੀ ਗੱਲ ਠੀਕ ਸੀ। ਅਗਲਾ ਦਿਨ ਹੁੰਦਾ ਤੇ ਮੁੰਡਾ ਆ ਜਾਂਦਾ ਵੀ ਹਾਂਜੀ ਸ਼ਾਦੀ ਦੇ ਬਾਰੇ ਦੱਸੋ। ਉਹਨੇ ਸ਼ਾਦੀ ਦੇ ਬਾਰੇ ਤੇ ਠੀਕ ਹੈ, ਲੇਕਿਨ ਇੱਕ ਮੇਰੀ ਸ਼ਰਤ ਹੈ, ਅਗਰ ਉਹ ਪੂਰੀ ਕਰੇ ਤੇ। ਉਹਨੇ ਕੀ? ਉਹਨੇ ਆ ਵੀ ਅਗਰ ਮੈਂ ਘੋੜਾ ਲਿਜਾ ਰਿਹਾ ਵਾਂ ਤੇ ਮੈਂ ਉਹਦੇ ਥੱਲੇ ਮੇਰੇ ਥੱਲੇ ਘੋੜਾ ਹੋਵੇ ਤੇ ਉਹਨੂੰ ਤੂੰ ਲਿਜਾਵੇਂ ਤੇ ਫਿਰ ਮੈਂ ਤੈਨੂੰ ਮੰਨਾਂ। ਉਹਨੇ ਵੀ ਇਹ ਕਿਹੜੀ ਗੱਲ ਹੈ, ਕਰ ਦਿੰਨੇ। ਉਹਨੇ ਫਲਾਣੇ ਦਿਨ ਮੈਂ ਫਲਾਣੀ ਜਗ੍ਹਾ ਤੋਂ ਲੰਘਣਾ, ਅੱਜ ਤੋਂ ਤੀਜੇ ਦਿਨ ਬਾਅਦ ਤੂੰ ਅਗਰ ਮੇਰੇ ਕੋਲ ਘੋੜਾ ਲੈ ਲਵੇਂ ਤੇ ਮੈਂ ਭਈ ਤੈਨੂੰ ਮੰਨ ਜਾਵਾਂਗਾ ਤੇ ਫਿਰ ਮੈਂ ਤੇ ਜਿਹੜੀ ਸ਼ਾਦੀ ਉਹ ਤੇਰੀ ਕਰਾ ਦਿਆਂਗਾ। ਉਹਨੇ ਠੀਕ ਹੈ ਜੀ। ਉਹ ਭਈ ਆਪ ਦੀ ਤਿਆਰੀ ਕਰਨ ਲੱਗ ਪੈਂਦਾ ਜੀ। ਤਿਆਰੀ ਕੀ ਕਰਦਾ ਹੈ ਵੀ ਜਾ ਕੇ ਨਾ ਆਪਣਾ ਇੱਕ ਰੂਪ ਜਿਹੜਾ ਨਾ ਉਹ ਬਣਾ ਲੈਂਦਾ ਜੀ, ਵਡੇਰਿਆਂ ਵਾਲਾ ਬਾਬਾ ਜਿਹਾ ਬਣ ਜਾਂਦਾ ਹੈ। ਤੇ ਇੱਕ ਘੋੜਾ ਲੈਂਦਾ ਬੜਾ ਮਰੀਅਲ ਜਿਹਾ ਵੀ ਜਿਹੜਾ ਟੁਰਨਾ ਵੀ ਆਵਾਜ਼ਾਰ ਹੋਵੇ, ਉਹਦੇ ਉੱਤੇ ਸਮਾਨ ਵਗੈਰਾ ਲੱਦ ਕੇ ਨਾ ਤੇ ਉਹਦੇ ਰਾਹ ਦੇ ਵਿੱਚ ਹੀ ਖਲੋ ਜਾਂਦਾ ਹੈ। ਹੁਣ ਘੋੜੇ ਨੂੰ ਥੋੜਾ ਜਿਹਾ ਧੱਕਾ ਲਾਉਂਦੇ ਨੇ, ਥੋੜਾ ਜਿਹਾ ਪਈ ਟੁਰ ਪੈਂਦਾ ਹੈ। ਉਹਦੇ ਵਿੱਚ ਨਾ ਇੱਕ ਲਾ ਲਓ ਵੀ ਡੱਬਾ ਨਵਾਂ ਬਣਾਇਆ ਹੁੰਦਾ ਜਿਹਦੇ ਵਿੱਚ ਤੇਲ ਵਗੈਰਾ ਹੁੰਦਾ ਹੈ। ਉਹਦੇ ਵਿੱਚ ਇੱਕ ਮਾਈ ਨੂੰ ਬਹਾ ਦਿੰਦਾ ਹੈ ਤੇ ਉਹ ਮਾਈ ਨੂੰ ਬਹਾ ਕੇ ਨਾ ਤਾਂ ਉਹਨੂੰ ਕਹਿੰਦਾ ਵੀ ਇੱਕ ਜਗ੍ਹਾ ਤੋਂ ਸੁਰਾਖ ਕਰ ਦਿੰਦਾ। ਕਹਿੰਦਾ ਵੀ ਮਾਂ ਜੀ ਅਗਰ ਇਹ ਜਗ੍ਹਾ ਤੋਂ ਨਾ, ਉੱਥੇ ਉਹਨੇ ਉਂਗਲ ਫਸਾਈ ਹੁੰਦੀ ਹੈ, ਕਹਿੰਦਾ ਵੀ ਅਗਰ ਮੈਂ ਉਂਗਲ ਦੁਬਾਰਾ ਵਿੱਚ ਫਸਾਵਾਂਗਾ ਨਾ ਤੇ ਤੂੰ ਮੇਰੀ ਉਂਗਲ ਨਹੀਂ ਛੱਡਣੀ ਜਿੰਨੀ ਦੇਰ ਤੈਨੂੰ ਮੈਂ 100 ਅਸ਼ਰਫੀਆਂ ਨਾ ਦੇਵਾਂ। ਉਹਨੇ ਆਈ ਠੀਕ ਹੈ। ਹੁਣ ਕੀ ਹੁੰਦਾ ਕਿ ਬਾਦਸ਼ਾਹ ਉਹ ਜਿਹੜਾ ਜ਼ਿਮੀਦਾਰ ਉੱਥੋਂ ਲੰਘਦਾ, ਜਿਸ ਟਾਈਮ ਲੰਘਦਾ ਤਾਂ ਵਹਿੰਦਾ ਵੀ ਰਸਤਾ ਬੰਦ ਹੈ। ਤਾਂ ਉਹਨੂੰ ਕਹਿੰਦਾ ਵੀ ਜਵਾਨਾ ਕੀ ਤੁਸੀਂ ਰਸਤਾ ਬੰਦ ਕੀਤਾ ਹੈ? ਉਹ ਵਡੇਰਾ ਜਿਹਾ ਕਹਿੰਦਾ ਕਿ ਪੁੱਤਰ ਤੈਨੂੰ ਕੀ ਦੱਸਾਂ, ਘੋੜਾ ਲੈ ਬੈਠੇ ਲੇਕਿਨ ਇਹ ਬੜਾ ਤੰਗ ਕਰਨ ਦਿਆ ਤੇ ਅਸੀਂ ਜਾ ਰਹੇ ਬੜੀ ਦੂਰ। ਉਹਨੇ ਅੱਛਾ ਉਹ ਵਹਿੰਦਾ, ਉਹ ਹਿਸਾਬ ਲਾਉਂਦਾ ਵੀ ਅਗਰ ਇਹ ਉਸੇ ਠੱਗ ਦਾ ਕੰਮ ਨਾ ਹੋਵੇ। ਉਹਨੂੰ ਪੁੱਛਦਾ ਬਜ਼ੁਰਗੋ ਤੁਸੀਂ ਇੱਥੇ ਕਿਸੇ ਜਵਾਨ ਬੰਦੇ ਨੂੰ ਵੇਖਿਆ, ਕਿਸੇ ਮਸ਼ਕੂਕ ਬੰਦੇ ਨੂੰ? ਉਹਨੇ ਅਸੀਂ ਤੇ ਕਿਸੇ ਨੇ ਵੇਖਿਆ, ਲੇਕਿਨ ਇੱਥੇ ਨਾ ਇੱਕ ਜਵਾਨ ਜਿਹਾ ਬੰਦਾ ਸੀ, ਉਹ ਮਸ਼ਕੂਕ ਜਿਹਾ ਲੱਗਾ ਸਾਨੂੰ, ਇੱਥੇ ਸੀ, ਪਤਾ ਨਹੀਂ ਇੱਧਰ ਉੱਧਰ ਕਿਤੇ ਚਲਾ ਗਿਆ। ਉਹਨੇ ਬਜ਼ੁਰਗੋ ਤੁਹਾਨੂੰ ਮੈਂ ਇਨਾਮ ਵੀ ਦਿਆਂਗਾ ਤੇ ਤੁਸੀਂ ਜਾਓ ਤੇ ਇੱਥੇ ਆਸੇ ਪਾਸੇ ਵੇਖ ਕੇ ਆਓ ਕੋਈ ਬੰਦਾ ਘਾਟ ਲਾਏ ਤਾਂ ਨਹੀਂ ਬੈਠਾ, ਕੋਈ ਸੰਨ ਲਾ ਕੇ ਤਾਂ ਨਹੀਂ ਬੈਠਾ, ਕੋਈ ਚੋਰੀ ਸਾਨੂੰ ਵੇਖਣ ਤੇ ਨਹੀਂ ਦਿਆ। ਉਹਨੇ ਪੁੱਤਰ ਇਹ ਜਿਹੜਾ ਤੇਲ ਹੈ ਨਾ ਅਸੀਂ ਫਲਾਣੀ ਜਗ੍ਹਾ ਤੇ ਪਹੁੰਚਾਉਣਾ ਹੈ ਤੇ ਇਹਦੇ ਵਿੱਚ ਹੋ ਗਿਆ ਸਰਾਖ ਤੇ ਇੱਥੋਂ ਦੀ ਤੇਲ ਵਗਦਾ ਹੈ ਤੇ ਮੈਂ ਲਿਹਾਜ਼ਾ ਨਹੀਂ ਕੰਮ ਕਰ ਸਕਦਾ ਕਿਉਂਕਿ ਮੈਂ ਇੱਥੇ ਹੱਥ ਰੱਖਿਆ ਤੇ ਇਹ ਤੇ ਜਿਹੜਾ ਨਾ ਸਾਡਾ ਬੜਾ ਨੁਕਸਾਨ ਹੋ ਜਾਣਾ। ਉਹ ਆਂਦਾ ਵੀ ਇੱਥੇ ਮੈਂ ਤੁਹਾਡੀ ਹਿਫਾਜ਼ਤ ਕਰਨਾ ਇਸ ਡੱਬੇ ਦੀ ਜਾਂ ਇਸ ਟ੍ਰੇਨ ਦੀ ਤੇ ਤੁਸੀਂ ਜਾਓ। ਉਹਨੇ ਆ ਚਲੋ ਠੀਕ ਹੈ ਤੇ ਫਿਰ ਮੈਨੂੰ ਘੋੜਾ ਵੀ ਦੇ, ਮੈਂ ਰਾਤ ਆ ਕੇ ਜਲਦੀ ਵਾਪਸ ਆ ਜਾਵਾਂ। ਉਹਨੇ ਠੀਕ ਲੈ ਜਾ। ਉਹ ਕੀ ਕਰਦਾ ਵੀ ਉੱਥੇ ਜਿਸ ਟਾਈਮ ਉਂਗਲ ਫਸਾਉਂਦਾ ਹੈ, ਉਹ ਉਂਗਲ ਕੱਢਦਾ, ਉਹ ਉੱਥੇ ਉਂਗਲ ਫਸਾ ਦਿੰਦਾ, ਮਾਈ ਅੰਦਰੋਂ ਪਈ ਹੁੰਦੀ, ਉਂਗਲ ਕੁੱਟ ਕੇ ਫੜ ਲੈਂਦੀ ਹੈ। ਉਹ ਕੀ ਕਰਦਾ ਜਾ ਕੇ ਤੇ ਘੋੜੇ ਤੇ ਬਹਿ ਕੇ ਤੇ ਘੋੜੇ ਨੂੰ ਅੱਡੀ ਮਾਰਦਾ ਤੇ ਉਹ ਜਾਂਦਾ ਹੀ। ਉਹ ਉਂਗਲ ਆਪਦੀ ਖਿੱਚਦਾ, ਹੁਣ ਮਾਈ ਅੰਦਰੋਂ ਉਂਗਲ ਨਹੀਂ ਛੱਡਦੀ। ਉਹਨੇ 100 ਅਸ਼ਰਫੀਆਂ ਨੂੰ ਫੜਿਆ ਹੁੰਦਾ ਹੈ ਆਪਦੇ ਵੱਲੋਂ। ਉਹ ਅੰਦਰੋਂ ਆਵਾਜ਼ ਦਿੰਦੀ ਵੀ 100 ਅਸ਼ਰਫੀਆਂ ਦੇਂਗਾ ਤਾਂ ਤੇਰੀ ਉਂਗਲ ਛੱਡਣੀ, ਵਰਨਾ ਉਂਗਲ ਨਹੀਂ ਛੱਡਣੀ ਤੇਰੀ।
समझ आंदा भी लै भी दाल आ गया मैनू। 100 शर्फियाँ दे के उधर जान छड़ा के ते घर जांदा ही। हुण उहनूं बड़ा गुस्सा हुंदा मैं पैदल आया वां ते इहने मेरे नाल बड़ी भैड़ी कीती है। गुस्सा उहनूं होर चढ़ जांदा जिमीदार नूं, अना ते गल आ जांदी है। अगले दिन आंदा मुंडा आंदा उन्हें, हाँ जी उन्हें, यार ये किहड़ी गल दे तूं मैनूं इंज दाल आया है। मैं मन्ना तेनूं असी रात अगर एक बैड ते सुते हैं तो उस चादर ते सराहना तू लिजावें तो फिर मैं तेनों मन्ना, तो फिर मैं तेरी अपनी बेटी की शादी जी तेरे नाल कर देंगा। उन्हें ठीक है, लेकिन तुसीं आपदा हुण वादा पूरा करना है, जिहड़ी मैं तुहाडे नाल कीती है कि घट सी। उन्हें नहीं नहीं जो भी सी तू बहरहाल यह काम करेगा तो फिर मैं तेनों मन्नांगा। उन्हें चलो ठीक, नाल मैं तेरी शादी कन्फर्म पक्का भी कर देंगा। उन्हें ठीक है जी। हुण जाके तैयारी की करदा है भी जाके ना एक पुतला बनांदा कपड़ियां दा, सेम इंज के जिस तरह इंसान ही होवे। वो पुतला बना के ना ते जिहड़ी हुंदी है ना उहदी आरामगाह जिमीदार दी वो दूसरी मंजिल ते हुंदी है। वो जाके जगह ते ना पुतले ने इस तरह फिट करदा है कि वे उहनूं पता इंज लगदा है कि जिस तरह सानूं कोई ना वेख रिहा। उन्होंने इंज महसूस होंदा है कि जिस तरह ना कोई वेखन दिया, तो समझ जाता है कि लगता है कि वह ठग ही आ गया। अज बेगम नूं कहंदा पर अज मैनूं गोली मार देनी, इन्हें बड़ा मैनूं जलील के दिता, बड़ा इन्हें मैनूं तंग किया। वो भाई बंदूक कढ़ दे तो मारन लगता, उन्हें नाल दी कहंदी भी ना मारे, इन्हें जानों मर जाना है। वो भाई बथेरा निशाना नशूना बन्नदा है, वो कभी पुतला इधर हो जाता कभी इधर हो जाता है। खीर निशाना वज जाता तो पुतला साहब थले एक आवाज़ आती दड़ा नदी ते थले साहब। वो आंदी भलिया तू तेनों मार दिता है, तो होवे ना भी सुबह कोई वेखे तो तेनों फांसी हो जाए या तू जेले चला जाए तो फायदा, तो तू इनू बिले ला। वो आंदा मैं इन्होंने बिले ला के आना वा, तो तू खलो तू रह इत्थे, मैं इनू ला के आना बिले। वो थले जाता उन्नी देर वो वेखदा हुंदा बिले जिमीदार किस टाइम कमरे चो बाहर निकले। वो जाता है तो उस टाइम वो मुंडा उत्ते आ जाता। जिमीदार की आवाज़ घट गई ना, तो उन्होंने आवाज़ देंदा भी भलिया इंज कर भी मुंडा तो काफ़ी वजनी है, तो नाले मैनू सराहना दे दे, तो नाले मैनू बैड की चादर दे दे, ताकि मैं लवेट के अपने आप में चला जाए, ताकि मैनू कोई पहचान ना सके। तो मैं आया उन्हें उनकी आवाज़ उन्हें कढ़ी होंगी है। वो आंदी चल ठीक है ला फड़, उदों मैं चीज़ां फड़ांदी उन्होंने, वो लैके तो तितर हो जाता है। वो थले कदी इधर वेख कदी उधर वेख वेंदा, तो पुतला वेख के तो आंदा भी लगता वो भी इत्थे किते ही है। उन्होंने भी इधर उधर वेंदा, लेकिन वो नज़र नहीं आता, उन्होंने नज़र नहीं आता। तो उन्होंने सोच आती वो किते उत्ते ना होवे, शूटर ही जाता ही उत्ते। तो उनकी बीवी पुछदी भी एडी छेती उन्होंने सट आया है, तू तो हले हुण चादर ते सराहना लै गया। उन्हें भी किनू, उन्हें भी आपे तो तू सराहना ते चादर मंगी सी। वो सिर ते हथ मार के तो बह जाता, कहंदा लै भी लै गया ही। उन्हें उन्हें ना मेरी शर्त लगी सी तो लै गया। सुबह होंदी तो भाई उनके अगे हथ जोड़ता भी भाई तू डाढा है, आज बेटी की उन्हें नाल शादी करदा ही। तो वह भाई उन्होंने लैके तो घर जाता है। घर जाके तो ठगबाजी तो जड़िया तौबा करता है। तो जिन्नी उनके कोल दौलत होंदी है ना, जी बादशाह की उन्हें जिमीदार की लुट्टी होंगी ना, जोड़े उनके घोड़े वगैरह या जो भी होंगे सी, वो भी सारी उन्हें वापस करता है। तो आप एक ताजर बन जाता है, खरीदो फरोख्त करन लग पैंदा ते अच्छी जिंदगी जी बसर करन लग पैंदा। ठग का काम जोड़ा वो छड्ड दिंदा है। तो ये सी अज की कहानी ठग की, कि वह अपनी जिंदगी दे विच किस तरह सारे काम जोड़े सारे अंजाम दिंदा किन्नी शातरी नाल। तो उम्मीद है कि अज की कहानी जी तुहानूं चंगी होएगी। नैक्सट वीडियो में फिर तुहाडे नाल मुलाकात होएगी। तद वास्ते मैनूं दो इजाजत। अल्लाह निगहबान, पाकिस्तान जिंदाबाद, पाक फौज जिंदाबाद।